ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਦੋਸਤੋ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਮੌਸਮ ਵਿਭਾਗ ਨੇ ਗੱਲ ਕਹੀ ਸੀ ਕਿ ਆਉਂਦੇ 2 ਦਿਨ ਪੰਜਾਬ ਦੇ ਵਿੱਚ ਮੋਹਲੇਧਾਰ ਮੀਂਹ ਵਰਨਾ, ਹਰਿਆਣੇ, ਦਿੱਲੀ ਤੇ ਕਈ ਹੋਰ ਥਾਵਾਂ ਤੇ ਵੀ। ਅੱਜ ਪੰਜਾਬ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਮੀਂਹ ਪਿਆ, ਪਰ ਮੋਹਲੇਧਾਰ ਨਹੀਂ ਸੀ। ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਅਗਲੇ ਦਿਨ ਵੀ ਯਾਨੀ ਕਿ ਭਲਕ ਨੂੰ ਪੰਜਾਬ ਦੇ ਵਿੱਚ ਚੋਖਾ ਮੀਂਹ ਪੈਣ ਦੀ ਸੰਭਾਵਨਾ 15 ਅਗਸਤ ਦੇ ਮੌਕੇ। ਇਹ ਹੁਣ ਕਿੰਨੀ ਕੁ ਭਵਿੱਖਬਾਣੀ ਸਹੀ ਸਾਬਤ ਹੁੰਦੀ ਹੈ ਵਕਤ ਦੱਸੂਗਾ, ਪਰ ਮੁੰਬਈ ਦੇ ਵਿੱਚ ਬੇਹੱਦ ਮੀਂਹ ਪੈ ਰਿਹਾ, ਦਿੱਲੀ ਦੇ ਵਿੱਚ ਵੀ ਬੇਹੱਦ ਮੀਂਹ ਪੈ ਗਿਆ, ਜਿਹਦੇ ਕਰਕੇ ਉੱਥੇ ਕਈ ਘੰਟਿਆਂ ਤੱਕ ਲੋਕ ਟ੍ਰੈਫਿਕ ਜਾਮ ਦੇ ਵਿੱਚ ਫਸੇ ਰਹੇ ਆ। ਇਹ ਵੀ ਪਤਾ ਲੱਗਾ ਕਿ ਦਿੱਲੀ ਦੇ ਵਿੱਚ ਕੁਝ ਥਾਵਾਂ ਤੇ ਦਰਖਤ ਵੀ ਡਿੱਗੇ ਆ, ਕਈ ਥਾਵਾਂ ਤੇ ਕੰਧਾਂ ਡਿੱਗੀਆਂ, ਜਿਹਦੇ ਕਰਕੇ ਜਿਹੜੀ ਟ੍ਰੈਫਿਕ ਆਵਾਜਾਈ ਆ ਜਿਹੜੀ ਉਹ ਬੇਹੱਦ ਪ੍ਰਭਾਵਿਤ ਹੋਈ ਹੈ। ਪੰਜਾਬ ਦੇ ਵਿੱਚ ਆਉਂਦੇ ਘੰਟਿਆਂ ਦੇ ਵਿੱਚ ਕਿੰਨਾ ਕੁ ਮੀਂਹ ਪੈਂਦਾ ਇਹ ਤਾਂ ਵਕਤ ਦੱਸੂਗਾ, ਪਰ ਮੀਂਹ ਦੀ ਜ਼ਰੂਰਤ ਹੋਣ ਦੇ ਬਾਵਜੂਦ ਇਹ ਗੱਲ ਵੀ ਕਹਿਣੀ ਬਣਦੀ ਹੈ ਕਿ ਸਾਡੇ ਕੋਲੇ ਤਿਆਰੀ ਨਾਂ ਦੀ ਕੋਈ ਬਹੁਤੀ ਚੀਜ਼ ਨਹੀਂ। ਆਮ ਤੌਰ ਦੇ ਉੱਤੇ ਸਾਡਾ ਹਾਲ ਵੀ ਇਹ ਹੁੰਦਾ ਕਿ ਬੂਹੇ ਆਈ ਜੰਨ ਤੇ ਵਿੰਨੋ ਕੁੜੀ ਦੇ ਕੰਨ, ਕਿਉਂਕਿ ਅਸੀਂ ਉਦੋਂ ਦਰਿਆਵਾਂ ਦੇ ਬੰਨ੍ਹ ਪੱਕੇ ਕਰਨ ਲੱਗ ਪੈਂਦੇ ਹਾਂ। ਉਧਰੋਂ ਮੀਂਹ ਪਿਆ ਹੁੰਦਾ, ਸਾਉਣ ਮਹੀਨੇ ਦਾ ਪੈਣ ਲੱਗ ਪਿਆ ਹੁੰਦਾ, ਤੇ ਉਧਰੋਂ ਅਸੀਂ ਕਹਿੰਦੇ ਹਾਂ ਜੀ ਕਿ ਹੁਣ ਅਸੀਂ ਬੰਨ੍ਹ ਮਜ਼ਬੂਤ ਕਰ ਦੇਣੇ ਆ। ਜਦੋਂ ਸਾਨੂੰ ਪਤਾ ਕਿ ਸਾਉਣ ਭਾਦੋਂ ਦੇ ਮਹੀਨੇ 'ਚ ਮੀਂਹ ਪੈਂਦੇ ਆ, ਤਾਂ ਫਿਰ ਅਸੀਂ ਪਹਿਲਾਂ ਤਿਆਰੀ ਕਿਉਂ ਨਹੀਂ ਕਰਦੇਗੇ। ਸੋ ਨਾਲ ਦੀ ਨਾਲ ਤਿਆਰੀ ਚੱਲਦੀ ਹੈ ਤੇ ਫਸਲਾਂ ਡੁੱਬ ਜਾਂਦੀਆਂ। ਫਿਰ ਮੁਆਵਜ਼ੇ ਦੀ ਗੱਲ ਚੱਲ ਪੈਂਦੀ ਹੈ। ਮੁਆਵਜ਼ਾ ਕਈ ਸਾਲ ਨਹੀਂ ਮਿਲਦਾ, ਅਗਲੇ ਸਾਲ ਫਿਰ ਮੌਸਮ ਖਰਾਬ ਹੁੰਦਾ, ਉਹੀ ਨੁਕਸਾਨ ਫਿਰ ਹੋ ਜਾਂਦਾ। ਇਹ ਸਾਰਾ ਕੁਝ ਚੱਲ ਰਿਹਾ। ਪਰ ਅੱਜ ਮੇਰੇ ਦਿਮਾਗ ਦੇ ਵਿੱਚ ਇਹ ਵੀ ਗੱਲ ਆ ਰਹੀ ਸੀ ਕਿ ਇਸ ਵਕਤ ਉਹਨਾਂ ਲੋਕਾਂ ਦੀ ਵੀ ਹਾਲ ਬਿਆਨੀ ਕਰਨ ਦੀ ਜ਼ਰੂਰਤ ਹੈ ਜਿਹੜੇ 1 ਸਾਲ ਪਹਿਲਾਂ ਹੜ੍ਹ ਦੇ ਪਾਣੀ ਦੇ ਵਿੱਚ ਡੁੱਬ ਗਏ ਸੀ। ਯਾਨੀ ਕਿ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਹੜ੍ਹ ਆਏ ਸੀ, ਲੋਕਾਂ ਦੀ ਜ਼ਿੰਦਗੀ ਬੇਹੱਦ ਪ੍ਰਭਾਵਿਤ ਹੋਈ ਸੀ। ਉਸ ਵਕਤ ਨੂੰ 1 ਸਾਲ ਬੀਤ ਗਿਆ। ਇਸ 1 ਸਾਲ ਦੇ ਵਿੱਚ ਉਹਨਾਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ। ਅਸੀਂ ਕੁਝ ਕੁ ਲੋਕਾਂ ਦੇ ਨਾਲ ਫੋਨ ਦੇ ਉੱਤੇ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਜੀ ਕਿ ਸਾਲ ਪਹਿਲਾਂ ਸਾਨੂੰ ਜਿਹੜਾ ਰਿਸਕ ਸੀ, ਸਾਨੂੰ ਜਿਹੜਾ ਡਰ ਹੁੰਦਾ ਸੀ, ਉਹ ਡਰ ਸਾਨੂੰ ਐਤਕੀ ਵੀ ਆ, ਕਿਉਂਕਿ ਐਤਕੀ ਕਿਹੜਾ ਬੰਨ ਪੱਕੇ ਕਰਨ ਵਾਲੇ ਬਹੁਤ ਕਮਾਲ ਕੀਤੀ ਇਹਨਾਂ ਨੇ। ਸਾਨੂੰ ਇਹ ਡਰ ਆ ਵੀ ਜੇਕਰ ਐਤਕੀ ਚੋਖਾ ਮੀਂਹ ਪੈ ਗਿਆ ਤਾਂ ਫਿਰ ਸਾਡਾ ਉਹੀ ਹਾਲ ਹੋਣਾ। ਯਾਨੀ ਕਿ 1 ਸਾਲ ਦੇ ਵਿੱਚ ਬਹੁਤਾ ਕੁਝ ਬਦਲਿਆ ਨਹੀਂ ਨਜ਼ਰ ਆਇਆ ਜਾਨੀਆਂ ਤੇ ਆਲੇ ਦੁਆਲੇ ਦੇ ਹੋਰ ਪਿੰਡਾਂ ਦੇ ਮਾਮਲੇ ਦੇ ਵਿੱਚ। ਹੁਣ ਜੇਕਰ ਪਹਿਲੀ ਵੱਡੀ ਖਬਰ ਦੇ ਬਾਰੇ ਜਾਂਦੇ ਆ ਤਾਂ ਉਹ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਨਾਲ ਜੁੜੀ ਹੋਈ ਹੈ। ਇਹ ਖੁਦਕੁਸ਼ੀ ਸੀ ਜਾਂ ਕਤਲ ਸੀ, ਇਹਦੇ ਬਾਬਤ ਪਿਛਲੇ ਕਈ ਹਫ਼ਤਿਆਂ ਤੋਂ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੇ ਬਾਪ ਨੇ 9 ਸਫ਼ਿਆਂ ਦਾ ਇੱਕ ਪੱਤਰ ਲਿਖਿਆ। ਉਹਨੇ ਆਪਣੀ ਹਾਲ ਬਿਆਨੀ ਤੇ ਆਪਣੇ ਮਨ ਦੇ ਮਨੋਭਾਵ ਜਿਹੜੇ ਉਹ ਪੇਸ਼ ਕੀਤੇ ਆ। ਇੱਕ ਬਾਪ ਜਦੋਂ ਪੁੱਤ ਦੀ ਦੇਹ ਨੂੰ, ਉਹਦੀ ਲਾਸ਼ ਨੂੰ ਮੋਢਾ ਦੇਵੇ ਤੇ ਉਸ ਵਕਤ ਆਪਾਂ ਸਮਝ ਸਕਦੇ ਹਾਂ ਕਿ ਉਹਦੇ ਮਨ ਦੇ ਉੱਤੇ ਕੀ ਬੀਤਦੀ ਹੋਊਗੀ। ਉਹਦੇ ਬਾਪ ਨੇ ਇਹ ਗੱਲ ਕਹੀ ਆ ਕਿ ਜਿਹੜੇ ਲੋਕਾਂ ਨੂੰ ਅਸੀਂ ਜਾਣਦੇ ਪਛਾਣਦੇ ਵੀ ਨਹੀਂ ਸੀ, ਉਹ ਇਸ ਮੌਕੇ ਦੇ ਵਿੱਚ ਲਾਹਾ ਲੈਣ ਦੇ ਲਈ, ਮੀਡੀਆ ਦੇ ਵਿੱਚ ਸੁਰਖੀਆਂ ਦੇ ਵਿੱਚ ਆਉਣ ਦੇ ਲਈ ਕੋਈ ਮਾਮਾ ਬਣ ਗਿਆ, ਕੋਈ ਚਾਚਾ ਬਣ ਗਿਆ, ਕੋਈ ਦੋਸਤ ਬਣ ਗਈ, ਕੋਈ ਮਿੱਤਰ ਬਣ ਗਿਆ, ਪਰ ਪਹਿਲਾਂ ਇਹ ਸਾਨੂੰ ਕਦੇ ਮਿਲੇ ਵੀ ਨਹੀਂ ਸੀ। ਪਰ ਹੁਣ ਇਹਦੇ ਵਿੱਚੋਂ ਹੋਰ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਹੋਇਆ ਕਤਲ ਹੀ ਹੈ। ਭਾਵੇਂ ਕਿ ਇਹ ਅਸਿੱਧੇ ਤਰੀਕੇ ਨਾਲ ਹੋਇਆ, ਉਹਦੇ ਉੱਤੇ ਦਬਾਅ ਇਹੋ ਜਿਹਾ ਬਣਾਇਆ ਗਿਆ ਸੀ ਕਿ ਉਹਨੇ ਜਿਉਣ ਨਾਲੋਂ ਮਰਨ ਨੂੰ ਠੀਕ ਸਮਝਿਆ। ਉਹਨੇ ਬੇਸ਼ੱਕ ਡਿਪਰੈਸ਼ਨ 'ਚ ਖੁਦਕੁਸ਼ੀ ਕੀਤੀ ਹੋਵੇ, ਪਰ ਡਿਪਰੈਸ਼ਨ ਕਿਹੜੀ ਗੱਲੋਂ ਹੋਇਆ, ਹੁਣ ਇਹਦੇ ਬਾਬਤ ਪੜਤਾਲ ਕੀਤੀ ਜਾ ਰਹੀ ਹੈ। CBI ਦੇ ਵੱਲੋਂ ਇਸ ਮਾਮਲੇ ਦੀਆਂ ਜਿਹੜੀਆਂ ਪਰਤਾਂ ਉਹਨਾਂ ਨੂੰ ਫਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਅੱਜ ਇੱਕ ਨਵੀਂ ਖਬਰ ਸਾਹਮਣੇ ਆਈ ਹੈ ਕਾਲ ਡਿਟੇਲ ਦੇ ਸੰਬੰਧ ਦੇ ਵਿੱਚ ਕਿ ਜਿਸ ਦਿਨ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕੀਤੀ, ਉਸ ਦਿਨ ਉਹਦੀ ਸਾਬਕਾ ਸਹੇਲੀ ਰੀਆ ਚੱਕਰਵਰਤੀ ਦੇ ਵੱਲੋਂ ਕਈ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਸੀ। 3-4 ਸੈਕਿੰਡ ਉਹਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਵੀ ਫੋਨ ਕੀਤਾ ਸੀ। ਹੁਣ ਇਸ ਤੋਂ ਇਲਾਵਾ ਇਹ ਵੀ ਗੱਲ ਚੱਲ ਰਹੀ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਖਾਤੇ ਦੇ ਵਿੱਚੋਂ ਕਰੋੜਾਂ ਰੁਪਈਆ ਪਿਛਲੇ ਕੁਝ ਕੁ ਮਹੀਨਿਆਂ ਦੇ ਵਿੱਚ ਕਿਉਂ ਨਿਕਲਿਆ ਸੀ, ਉਹ ਪੈਸਾ ਕਿਹਦੇ ਖਾਤੇ ਦੇ ਵਿੱਚ ਗਿਆ, FDਆਂ ਉਹਦੀਆਂ ਤੁੜਵਾ ਦਿੱਤੀਆਂ ਗਈਆਂ, ਰੌਲਾ ਕਿਸੇ ਵਿੱਚੋਂ ਮਾਜਰਾ ਕੀ ਆ। ਮੈਨੂੰ ਕਦੇ ਕਦੇ ਜਾਪਦਾ ਵੀ ਕੱਲੀ ਦਾਲ ਨਹੀਂ, ਇਹ ਸਾਰਾ ਕੁਝ ਹੀ ਕਾਲਾ ਹੋਇਆ ਪਿਆ। ਤੇ ਇਸ ਮਾਮਲੇ ਦੀ ਪੜਤਾਲ ਦੇ ਵਿੱਚੋਂ ਅਖੀਰ ਦੇ ਉੱਤੇ ਕੀ ਨਿਕਲਣਾ ਆਪਾਂ ਇਸ ਵੇਲੇ ਭਵਿੱਖਬਾਣੀ ਨਹੀਂ ਕਰ ਸਕਦੇ। ਪਰ ਇੱਕ ਪ੍ਰਤਿਭਾਵਾਨ ਕਲਾਕਾਰ ਆ ਜਿਹੜਾ, ਉਹ ਬਾਲੀਵੁੱਡ ਦੀ ਮਾਇਆ ਨਗਰੀ ਨੇ ਜਿਹੜਾ, ਉਹ ਆਪਣੇ ਮੁਫਾਦਾਂ ਦੀ ਖਾਤਰ ਉਹ ਸਿਆਸਤ ਦੇ ਚੱਕਰ ਦੇ ਵਿੱਚ ਮਾਰ ਦਿੱਤਾ। ਇਹ ਜੇਕਰ ਕਲਾਕਾਰ ਜਿਉਂਦਾ ਰਹਿੰਦਾ ਤਾਂ ਪਤਾ ਨਹੀਂ ਕਿੰਨੇ ਕੁ ਲੰਮੇ ਸਮੇਂ ਤੱਕ ਕਿੰਨੀਆਂ ਕੁ ਖੂਬਸੂਰਤ ਫਿਲਮਾਂ ਸਾਡੀ ਝੋਲੀ ਦੇ ਵਿੱਚ ਪਾਉਂਦਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਜਿਹੜੀ ਕਿ ਕਾਲ ਡਿਟੇਲ ਦੇ ਨਾਲ ਸੰਬੰਧਿਤ ਸਾਡੇ ਤੱਕ ਪਹੁੰਚੀ ਹੈ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਵਾਲੇ ਦਿਨ ਯਾਨੀ ਕਿ 14 ਜੂਨ ਨੂੰ ਰੀਆ ਚੱਕਰਵਰਤੀ ਨੇ ਰਾਧਿਕਾ ਨਾਂ ਦੀ ਔਰਤ ਦੇ ਨਾਲ ਤਕਰੀਬਨ 1 ਘੰਟੇ ਤੋਂ ਵੱਧ ਸਮੇਂ ਤੱਕ ਗੱਲ ਕੀਤੀ ਸੀ। ਰੀਆ ਨੇ ਉਸ ਨੂੰ 3 ਵਾਰ ਫੋਨ ਕੀਤਾ। ਜਾਣਕਾਰੀ ਦੇ ਮੁਤਾਬਕ ਰੀਆ ਦੀ 14 ਤਰੀਕ ਦੀ ਪੂਰੀ ਕਾਲ ਡਿਟੇਲ ਹੱਥ ਲੱਗ ਗਈ ਹੈ। ਇਸ ਦੇ ਮੁਤਾਬਕ ਰੀਆ ਨੇ ਇੱਕ ਅਣਜਾਣ ਸ਼ਖਸ ਦੇ ਨਾਲ ਉਸ ਦਿਨ ਗੱਲ ਕੀਤੀ ਸੀ। ਸੁਸ਼ਾਂਤ ਦੀ ਮੌਤ ਵਾਲੇ ਦਿਨ ਸਵੇਰੇ 7:38 ਦੇ ਉੱਤੇ ਰਾਧਿਕਾ ਮਹਿਤਾ ਨਾਂ ਦੀ ਇੱਕ ਔਰਤ ਦੇ ਫੋਨ ਦੇ ਉੱਤੇ ਰੀਆ ਨੇ ਕਾਲ ਕੀਤੀ। ਇਸ ਦੌਰਾਨ ਦੋਹਾਂ ਦਰਮਿਆਨ 30 ਮਿੰਟ ਤੇ 55 ਸੈਕਿੰਡ ਗੱਲ ਹੋਈ। ਇਸ ਤੋਂ ਬਾਅਦ ਰੀਆ ਨੇ ਫਿਰ 8:08 ਦੇ ਉੱਤੇ ਰਾਧਿਕਾ ਮਹਿਤਾ ਨੂੰ ਫੋਨ ਕਾਲ ਕੀਤੀ ਤੇ ਇਸ ਦੌਰਾਨ ਦੋਹਾਂ ਦਰਮਿਆਨ ਫਿਰ 30 ਮਿੰਟ ਲੰਮੀ ਗੱਲਬਾਤ ਹੋਈ। ਰੀਆ ਨੇ ਫਿਰ ਤੀਜੀ ਵਾਰ ਰਾਧਿਕਾ ਨੂੰ 8:38 ਦੇ ਉੱਤੇ ਫੋਨ ਕੀਤਾ ਤੇ ਇਸ ਦਰਮਿਆਨ
5 ਮਿੰਟ ਤੇ 41 ਸੈਕਿੰਡ ਗੱਲ ਹੋਈ। ਸੁਸ਼ਾਂਤ ਦੀ ਮੌਤ ਵਾਲੇ ਦਿਨ ਰੀਆ ਨੇ ਰਾਧਿਕਾ ਮਹਿਤਾ ਨਾਂ ਦੀ ਔਰਤ ਦੇ ਨਾਲ 1 ਘੰਟਾ ਤੇ 36 ਸੈਕਿੰਡ ਗੱਲ ਕੀਤੀ। ਜਾਣਕਾਰੀ ਦੇ ਮੁਤਾਬਕ ਇਹ ਵੀ ਸਾਹਮਣੇ ਆਇਆ ਕਿ ਜਿਸ ਰਾਧਿਕਾ ਮਹਿਤਾ ਦੇ ਨਾਲ ਰੀਆ ਨੇ 14 ਜੂਨ ਨੂੰ ਗੱਲ ਕੀਤੀ, 1 ਅਗਸਤ 2019 ਤੋਂ 14 ਜੂਨ 2020 ਤੱਕ ਰੀਆ ਤੇ ਰਾਧਿਕਾ ਦਰਮਿਆਨ 280 ਤੋਂ ਵੱਧ ਵਾਰ ਗੱਲਬਾਤ ਹੋਈ ਹੈ। ਰਾਧਿਕਾ ਕੌਣ ਹੈ, ਫਿਲਹਾਲ ਇਹਦੇ ਮੁਤਲਕ ਜਾਣਕਾਰੀ ਨਹੀਂ ਮਿਲ ਸਕੀ। ਪੁਲਿਸ ਅਧਿਕਾਰੀਆਂ ਨੇ ਇਸ ਮੁਤਲਕ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਰੀਆ ਚੱਕਰਵਰਤੀ ਦਾ ਨੰਬਰ 96 ਤੋਂ ਸ਼ੁਰੂ ਹੋ ਰਿਹਾ। ਸੁਸ਼ਾਂਤ ਦੀ ਮੌਤ ਦੇ ਦਿਨ ਰੀਆ ਨੂੰ 7 ਕਾਲ ਤੇ 25 ਮੈਸੇਜ ਆਏ ਤੇ ਰੀਆ ਨੇ 9 ਫੋਨ ਕਾਲ ਕੀਤੀਆਂ ਸਨ। ਇਹਦੇ ਮੁਤਲਕ ਪੂਰਾ ਵੇਰਵਾ ਮੀਡੀਆ ਦੇ ਵਿੱਚ ਵੀ ਪਹੁੰਚਦਾ ਕਰ ਦਿੱਤਾ ਗਿਆ। ਕਾਲ ਡਿਟੇਲ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਸੁਸ਼ਾਂਤ ਦੀ ਮੌਤ ਵਾਲੇ ਦਿਨ ਰੀਆ ਚੱਕਰਵਰਤੀ ਨੇ ਰਾਧਿਕਾ ਨੂੰ 3 ਵਾਰ, ਅਣਜਾਣ ਸ਼ਖਸ ਨੂੰ 2 ਵਾਰ ਤੇ ਇੱਕ ਚੌਧਰੀ ਨਾਂ ਦੇ ਵਿਅਕਤੀ ਨੂੰ 1 ਵਾਰ ਤੇ ਫਹੀਮ ਰੋਹਾਨੀ ਨੂੰ 2 ਵਾਰ ਤੇ ਰੂਮੀ ਜਾਫਰੀ ਦੇ ਨਾਲ 1 ਵਾਰ ਗੱਲ ਕੀਤੀ। ਇਸ ਤੋਂ ਇਲਾਵਾ ਕਈ ਲੋਕਾਂ ਨੂੰ ਰੀਆ ਨੇ ਮੈਸੇਜ ਵੀ ਭੇਜੇ। ਕਾਲ ਡਿਟੇਲ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਰੀਆ ਤੇ ਸੁਸ਼ਾਂਤ ਦੀ ਆਖਰੀ ਵਾਰ ਗੱਲ 5 ਜੂਨ ਨੂੰ ਹੋਈ ਸੀ। ਰੀਆ ਦੇ ਮੁਤਾਬਕ ਉਸ ਵਕਤ ਤੱਕ ਰੀਆ ਨੇ ਸੁਸ਼ਾਂਤ ਦਾ ਘਰ ਨਹੀਂ ਸੀ ਛੱਡਿਆ। 5 ਜੂਨ ਨੂੰ ਸਵੇਰੇ 8:19 ਤੇ ਸੁਸ਼ਾਂਤ ਨੇ ਰੀਆ ਨੂੰ ਫੋਨ ਕੀਤਾ। ਦੋਹਾਂ ਦਰਮਿਆਨ ਤਕਰੀਬਨ 2 ਮਿੰਟ ਗੱਲ ਹੋਈ। ਇਸ ਤੋਂ ਬਾਅਦ ਰੀਆ ਨੇ 10 ਵਜੇ ਦੇ ਨੇੜੇ ਤੇੜੇ ਸੁਸ਼ਾਂਤ ਨੂੰ ਫੋਨ ਕੀਤਾ ਸੀ। ਇਹ ਕਾਲ ਸਿਰਫ 3 ਸੈਕਿੰਡ ਦੀ ਸੀ। ਇਹ ਉਹਨਾਂ ਦੋਹਾਂ ਦੀ ਆਖਰੀ ਗੱਲਬਾਤ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਬਹੁਤ ਸਾਰੇ ਇਹੋ ਜਿਹੇ ਵਿਅਕਤੀ ਨੇ ਜਿਹੜੇ ਕਿ ਬਾਲੀਵੁੱਡ ਦੇ ਵਿੱਚ, ਪੋਲੀਵੁੱਡ ਦੇ ਵਿੱਚ ਜਾਂ ਛੋਟੇ ਪਰਦੇ ਦੇ ਉੱਤੇ ਕਿਸਮਤ ਅਜ਼ਮਾਈ ਕਰਨੀ ਚਾਹੁੰਦੇ ਆ, ਪਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ, ਜਾਂ ਕਹਿ ਦਈਏ ਕਿ ਚਲੋ ਦਾ ਨਹੀਂ ਲੱਗਦਾ। ਉਹ ਆਪਣੀ ਪ੍ਰਤਿਭਾ ਦੇ ਨਾਲ ਕੁਝ ਸਾਬਤ ਕਰਕੇ ਦਿਖਾਉਣਾ ਚਾਹੁੰਦੇ ਆ, ਪਰ ਰਾਹ ਦੇ ਵਿੱਚ ਰੋੜੇ ਇਹੋ ਜਿਹੇ ਜਿਹਦੇ ਕਰਕੇ ਉਹਨਾਂ ਦੀ ਪ੍ਰਤਿਭਾ ਮਧੋਲੀ ਜਾਂਦੀ ਆ, ਜਿਵੇਂ ਕਿ ਆਮ ਤੌਰ ਦੇ ਉੱਤੇ ਮਧੋਲੀ ਜਾਂਦੀ ਹੀ ਆ ਕਿਸੇ ਵੀ ਖੇਤਰ ਦੇ ਵਿੱਚ। ਸੋ ਉਸ ਤੋਂ ਅਗਲੀ ਗੱਲ ਇਹ ਆ ਕਿ ਸੁਸ਼ਾਂਤ ਰਾਜਪੂਤ ਨੇ ਜਿਹੜੇ ਮਹੀਨੇ ਖੁਦਕੁਸ਼ੀ ਕੀਤੀ, ਉਸ ਤੋਂ ਲੈ ਕੇ ਹੁਣ ਤੱਕ ਬਾਲੀਵੁੱਡ ਦੇ 4 ਵੱਡੇ ਕਲਾਕਾਰਾਂ ਨੇ ਖੁਦਕੁਸ਼ੀ ਕੀਤੀ ਹੈ। ਡਿਪਰੈਸ਼ਨ ਦੇ ਵਿੱਚ ਲਾ ਲਓ, ਜਾਂ ਪਰਿਵਾਰਕ ਕਾਰਨ ਲਾ ਲਓ, ਜਾਂ ਸਮਾਜਿਕ ਕਾਰਨ ਲਾ ਲਓ, ਜਾਂ ਆਰਥਿਕ ਕਾਰਨ ਲਾ ਲਓ। ਪਿਛਲੇ ਦਿਨੀਂ ਆਪਾਂ ਜਾਣਦੇ ਹਾਂ ਕਿ ਕਹਾਣੀ ਗਰ ਕੀ ਦਾ ਜਿਹੜਾ ਮਸ਼ਹੂਰ ਕਲਾਕਾਰ ਸੀ ਸਮੀਰ ਸ਼ਰਮਾ, ਉਹਨੇ ਵੀ ਖੁਦਕੁਸ਼ੀ ਕੀਤੀ। ਉਸ ਤੋਂ ਪਹਿਲਾਂ ਕ੍ਰਾਈਮ ਪੈਟਰੋਲ ਦੀ ਇੱਕ ਕੁੜੀ ਨੇ ਖੁਦਕੁਸ਼ੀ ਕੀਤੀ ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਪਹਿਲਾਂ ਉਹਦੀ ਇੱਕ ਮੈਨੇਜਰ ਦੇ ਵੱਲੋਂ, ਜਿਹੜੀ ਸਾਬਕਾ ਮੈਨੇਜਰ ਸੀ, ਉਹਦੇ ਵੱਲੋਂ ਉੱਚੀ ਇਮਾਰਤ ਤੋਂ ਖੁਦਕੁਸ਼ੀ ਕੀਤੀ ਗਈ ਛਾਲ ਮਾਰ ਕੇ। ਸੋ ਜਿਹੜੀਆਂ ਇਹ 4 ਖੁਦਕੁਸ਼ੀਆਂ 2 ਮਹੀਨੇ ਦੇ ਵਿੱਚ ਸਾਹਮਣੇ ਆਈਆਂ, ਇਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਬਾਲੀਵੁੱਡ ਦੇ ਵਿੱਚ ਸਾਰਾ ਕੁਝ ਸਹੀ ਨਹੀਂ ਆ। ਅਸੀਂ ਛੋਟੇ ਜਾਂ ਵੱਡੇ ਪਰਦੇ ਦੇ ਉੱਤੇ ਜੋ ਕੁਝ ਦੇਖਦੇ ਹਾਂ, ਅਸੀਂ ਉੱਥੇ ਇਹ ਪ੍ਰਭਾਵ ਕਬੂਲ ਕਰਦੇ ਜੀ ਕਿ ਕਮਾਲ ਦੀ ਜ਼ਿੰਦਗੀ ਆ, ਇਹ ਤਾਂ ਜੀ ਲਗਜ਼ਰੀ ਜ਼ਿੰਦਗੀ ਬਸਰ ਕਰਦੇ ਆ, ਮਹਿੰਗੇ ਕੱਪੜੇ ਆ, ਸੋਹਣੀਆਂ ਗੱਡੀਆਂ, ਪਿਆਰ ਰੋਮਾਂਸ 'ਚ ਇਹਨਾਂ ਨਾਲ ਚੱਲਦਾ। ਸੋ ਇਹਨਾਂ ਦੀ ਜ਼ਿੰਦਗੀ ਕਿੰਨੀ ਖੂਬਸੂਰਤ ਆ ਵਿਦੇਸ਼ਾਂ ਦੇ ਵਿੱਚ, ਇਹਨਾਂ ਦਾ ਘਰ-ਬਾਰ ਕਿੰਨਾ ਸੋਹਣਾ, ਬੰਗਲੇ ਕਿੰਨੇ ਸੋਹਣੇ ਆ, ਪਰ ਅੰਦਰੋਂ ਕਈ ਕਲਾਕਾਰ ਟੁੱਟੇ ਹੋਏ ਆ। ਉਹ ਡਿਪਰੈਸ਼ਨ ਦੇ ਵਿੱਚ ਚੱਲ ਰਹੇ ਆ, ਉਹਨਾਂ ਦੇ ਕੋਲੇ ਪੈਸੇ ਨਹੀਂ, ਇਸ ਕਰਕੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਹਾਲੇ ਤੱਕ ਵੀ ਇਹਨਾਂ ਦੀ ਅੰਦਰੂਨੀ ਸਥਿਤੀ ਕੀ ਹੈ, ਪਰ ਉਹ ਤਾਂ ਅੰਦਰੋਂ ਟੁੱਟੇ ਹੋਏ ਆ। ਇਹੋ ਜਿਹੀਆਂ ਕਹਾਣੀਆਂ ਬਹੁਤ ਸਾਰੀਆਂ ਸਾਹਮਣੇ ਆ ਰਹੀਆਂ। ਹੁਣ ਇਹ ਵੀ ਪਤਾ ਲੱਗ ਰਿਹਾ ਕਿ ਜਿਹੜੀ ਰੀਆ ਚੱਕਰਵਰਤੀ ਆ, ਉਹਦੇ ਖਾਤੇ ਦੇ ਵਿੱਚ ਕਈ ਪੈਸੇ ਗਏ ਸੀਗੇ। ਈਡੀ ਦੇ ਵੱਲੋਂ, ਯਾਨੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਤੇ ਅਗਲੀ ਗੱਲ ਇਹ ਹੈ ਜੀ ਕਿ ਪਿਛਲੇ ਕੁਝ ਕੁ ਮਹੀਨਿਆਂ ਦੇ ਵਿੱਚ, ਯਾਨੀ ਕਿ ਸੁਸ਼ਾਂਤ ਦੀ ਖੁਦਕੁਸ਼ੀ ਤੋਂ ਪਹਿਲਾਂ, ਉਹਦੀਆਂ FD ਮੈਚਿਓਰ ਹੋਣ ਤੋਂ ਪਹਿਲਾਂ ਤੁੜਵਾ ਲਈਆਂ ਗਈਆਂ। ਉਹਦੇ ਖਾਤੇ ਦੇ ਵਿੱਚੋਂ ਕਰੋੜਾਂ ਰੁਪਈਆ ਨਿਕਲਿਆ, ਪਰ ਉਹ ਸਿੱਧਾ ਰੀਆ ਦੇ ਖਾਤੇ ਦੇ ਵਿੱਚ ਨਹੀਂ ਗਿਆ। ਇਸ ਮਾਮਲੇ ਦੀ ਹੁਣ ਈਡੀ ਪੜਤਾਲ ਕਰ ਰਹੀ ਹੈ ਕਿ ਉਹ ਪੈਸਾ ਕਿੱਧਰ ਗਿਆ। ਹਾਲਾਂਕਿ ਉਹਦੇ ਬਾਪ ਦੇ ਵੱਲੋਂ, ਯਾਨੀ ਕਿ ਸੁਸ਼ਾਂਤ ਦੇ ਬਾਪ ਦੇ ਵੱਲੋਂ 9 ਸਫ਼ਿਆਂ ਦੇ ਪੱਤਰ ਦੇ ਵਿੱਚ ਇਹ ਗੱਲ ਕਹੀ ਹੈ ਕਿ ਪੈਸੇ ਨੇ ਤੇ ਰਿਸ਼ਤੇਦਾਰਾਂ ਨੇ ਤੇ ਜਿਹੜੇ ਰੀਆ ਵਰਗੇ ਲੋਕ ਆ, ਉਹਨਾਂ ਸਾਰਿਆਂ ਨੇ ਮਿਲ ਕੇ ਤੇ ਬਹੁਤ ਵੱਡਾ ਗੁਨਾਹ ਕੀਤਾ ਤੇ ਸਾਡੇ ਟੱਬਰ ਨੂੰ ਖਤਮ ਕਰ ਦਿੱਤਾ ਇਹਨਾਂ ਲੋਕਾਂ ਨੇ। ਸੋ ਭਵਿੱਖ ਦੇ ਵਿੱਚ ਕੋਈ ਨਵਾਂ ਸੁਸ਼ਾਂਤ ਸਿੰਘ ਰਾਜਪੂਤ ਨਾ ਹੋਵੇ, ਕਾਬਲੀਅਤ ਦੇ ਮਾਮਲੇ 'ਚ ਲੱਖ ਵਾਰ ਹੋਵੇ, ਪਰ ਇੱਦਾਂ ਮਨੋਬਲ ਆਪਦਾ ਡੇਕ ਕੇ ਤੇ ਖੁਦਕੁਸ਼ੀ ਦੇ ਰਾਹ ਦੇ ਉੱਤੇ ਤੁਰਨ ਵਾਲਾ ਤਾਂ ਬਿਲਕੁਲ ਨਾ ਹੋਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਰ ਇਸ ਮਾਮਲੇ ਦੀ ਜਾਂਚ ਪੜਤਾਲ ਹੁਣ CBI ਦੇ ਹੱਥ ਦੇ ਵਿੱਚ ਪਹੁੰਚੀ ਹੈ। CBI ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿੰਨੇ ਵੀ ਸਬੂਤ ਆ ਤੇ ਜਿੰਨੀ ਵੀ ਡਿਟੇਲ ਸਾਨੂੰ ਮਿਲੀ ਆ, ਉਹਦਾ ਵੱਡਾ ਹਿੱਸਾ ਮੁੰਬਈ ਦੇ ਨਾਲ ਸੰਬੰਧਿਤ ਹੈ। ਕਿਉਂਕਿ ਇਸ ਮਾਮਲੇ ਦੇ ਉੱਤੇ ਵੀ ਚੱਕਰ ਚੱਲ ਰਿਹਾ ਕਿ ਰੀਆ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਪਟਨੇ ਦੇ ਵਿੱਚ, ਪਰ ਉਹ ਚਾਹੁੰਦੀ ਹੈ ਜੀ ਕਿ ਜਿਹੜਾ ਇਹ ਪਰਚਾ ਇਹ ਆ ਜਾਵੇ, ਇਹ ਟਰਾਂਸਫਰ ਹੋ ਕੇ ਮੁੰਬਈ ਦੇ ਵਿੱਚ। ਟੱਬਰ ਦੇ ਜੀ ਇਹ ਚਾਹੁੰਦੇ ਨਹੀਂ ਕਿ ਸੁਸ਼ਾਂਤ ਦੇ ਕਿ ਇਹ ਜਿਹੜਾ ਪਰਚਾ ਹੈਗਾ, ਇਹ ਜਿਹੜਾ ਕੇਸ ਆ, ਇਹ ਮੁੰਬਈ ਦੇ ਵਿੱਚ ਸ਼ਿਫਟ ਹੋਵੇ। ਇਸ ਕਰਕੇ ਵੀ ਇਸ ਮਾਮਲੇ ਦੇ ਉੱਤੇ ਭੰਬਲ ਭੂਸਾ ਚੱਲਦਾ। ਸੋ ਆਉਂਦੇ ਵਕਤ ਦੇ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੇ ਕਤਲ ਜਾਂ ਖੁਦਕੁਸ਼ੀ ਦੇ ਮੁਤਲਕ ਕਿਹੜੇ ਨਵੇਂ ਕਾਰਨ ਸਾਹਮਣੇ ਆਉਂਦੇ ਆ, ਵਕਤ ਬਿਆਨ ਕਰੂਗਾ। ਇੱਕ ਹੁੰਦਾ ਕਿਸੇ ਨੂੰ ਸਿੱਧਾ ਮਾਰ ਦੇਣਾ,
ਇੱਕ ਹੁੰਦਾ ਕਿਸੇ ਨੂੰ ਅਸਿੱਧੇ ਤਰੀਕੇ ਨਾਲ ਮਾਰਨਾ, ਕਿਸੇ ਬੰਦੇ ਨੂੰ ਇੰਨਾ ਤੰਗ ਪਰੇਸ਼ਾਨ ਕਰ ਦੇਣਾ, ਮਾਨਸਿਕ ਤੌਰ ਦੇ ਉੱਤੇ ਉਹਨੂੰ ਇਸ ਕਦਰ ਤੋੜ ਦੇਣਾ ਕਿ ਉਹ ਜ਼ਿੰਦਗੀ ਜਿਉਣ ਦੇ ਨਾਲੋਂ ਮਰਨ ਨੂੰ ਵੱਧ ਬਿਹਤਰੀ ਵਾਲਾ ਕੰਮ ਸਮਝਦਾ। ਉਹ ਕੁਝ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਹੋਇਆ। ਕਈ ਲੋਕ ਕਹਿੰਦੇ ਆ ਵੀ ਸਾਨੂੰ ਥੋੜ੍ਹੀ ਜਿਹੀ ਦਾਲ ਕਾਲੀ ਲੱਗਦੀ ਹੈ, ਮੈਨੂੰ ਇਹ ਲੱਗਦਾ ਵੀ ਇਹਦੇ ਵਿੱਚ ਸਭ ਕੁਝ ਹੀ ਕਾਲਾ ਹੈਗਾ, ਕਿਉਂਕਿ ਇਸ ਮਾਮਲੇ ਦੇ ਵਿਚਲੇ ਜੇਕਰ ਕਾਲੇ ਮਾਲੇ ਉਜਾਗਰ ਹੋਣ ਲੱਗ ਪਏ, ਜੇਕਰ ਸੱਚੀ ਮੁੱਚੀ ਸਹੀ ਤਰੀਕੇ ਦੇ ਨਾਲ ਪੁਲਿਸ ਦੀ ਕਾਰਵਾਈ ਅੱਗੇ ਵਧੀ, CBI ਦੀ ਵੀ ਕਾਰਵਾਈ ਅੱਗੇ ਵਧੀ, ਤਾਂ ਕਈ ਬੰਦੇ ਨੰਗੇ ਹੋਣਗੇ, ਜਿਵੇਂ ਕਿ ਹੁਣ ਤੱਕ ਕਈ ਹੋਏ ਵੀ ਹੈਗੇ ਆ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣੇ ਛੋਟੀ ਜਿਹੀ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਪਿਛਲੇ ਦਿਨੀ ਅਸੀਂ ਇਸੇ ਪ੍ਰੋਗਰਾਮ ਦੇ ਵਿੱਚ ਖਬਰ ਸਾਂਝੀ ਕੀਤੀ ਸੀ ਕਿ ਸਤਿਕਾਰ ਕਮੇਟੀ ਦੇ ਵੱਲੋਂ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਵਿੱਚ ਸੇਵਾ ਮੁਕਤ ਪ੍ਰਿੰਸੀਪਲ ਦੇ ਘਰ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੱਕ ਲਿਆ ਗਿਆ। ਉਹ ਇਸ ਕਰਕੇ ਚੱਕ ਲਿਆ ਗਿਆ, ਕਹਿੰਦੇ ਜੀ ਤੁਹਾਡੇ ਘਰ ਦੇ ਵਿੱਚ ਆਂਡੇ ਤੇ ਮੀਟ ਦਾ ਸੇਵਨ ਕੀਤਾ ਜਾਂਦਾ। ਅੱਗੋਂ ਟੱਬਰ ਨੇ ਤਾਂ ਹੱਥੜੇ ਮਾਰ ਕੇ ਗੱਲ ਕਹੀ ਜੀ ਕਿ ਅਸੀਂ ਨਹੀਂ ਕਰਦੇ ਇੱਦਾਂ, ਅਸੀਂ ਤਾਂ ਅੰਮ੍ਰਿਤ ਛਕਿਆ ਹੋਇਆ, ਸਾਡੇ ਘਰ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਆ। ਹਾਂ, ਇਹ ਗੱਲ ਸੱਚੀ ਹੈ ਕਿ ਸਾਡਾ ਪੁੱਤ ਜਦੋਂ ਵਿਦੇਸ਼ ਦੇ ਵਿੱਚੋਂ ਆਉਂਦਾ ਉਹ ਆਂਡੇ ਮੀਟ ਦਾ ਸੇਵਨ ਕਰ ਲੈਂਦਾ, ਤੇ ਇਹਦੇ ਵਿੱਚ ਸਾਡਾ ਕਸੂਰ ਕੀ ਆ? ਉਹ ਵਕਤੀ ਤੌਰ ਦੇ ਉੱਤੇ ਆਉਂਦਾ ਚਲਾ ਜਾਂਦਾ, ਪਰ ਅਸੀਂ ਤਾਂ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਦੇ ਉੱਤੇ ਚੱਲਦੇ ਹਾਂ। ਸਤਿਕਾਰ ਕਮੇਟੀ ਨੇ ਇੱਕ ਨਹੀਂ ਮੰਨੀ, ਸਰੂਪ ਚੱਕ ਕੇ ਲੈ ਗਈ। ਹੁਣ ਇਸ ਮਾਮਲੇ ਦੇ ਉੱਤੇ ਵਿਵਾਦ ਪੈਦਾ ਹੋਇਆ ਤੇ ਅਕਾਲ ਤਖਤ ਸਾਹਿਬ ਤੱਕ ਇਸ ਮਾਮਲੇ ਦੀ ਗੂੰਜ ਪਹੁੰਚੀ ਹੈ, ਸ਼ਿਕਾਇਤ ਪਹੁੰਚ ਚੁੱਕੀ ਹੈ। ਅੱਜ ਪਤਾ ਲੱਗਾ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ, ਉਹਨਾਂ ਦੇ ਹਵਾਲੇ ਨਾਲ ਜਾਣਕਾਰੀ ਸਾਹਮਣੇ ਆਈ ਹੈ ਕਿ ਕੋਈ ਵੀ ਕਿਸੇ ਦੇ ਕੋਲੋਂ ਇਸ ਤਰੀਕੇ ਨਾਲ ਧੱਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਚੱਕ ਸਕਦਾ। ਉਹਨਾਂ ਨੇ ਰਾਏ ਵੀ ਦਿੱਤੀ ਹੈ ਤੇ ਉਹਨਾਂ ਨੇ ਕੁਰਕੀ ਵੀ ਮਾਰੀ ਹੈ। ਇਹ ਗੱਲ ਕਹੀ ਹੈ ਵੀ ਜੇਕਰ ਕੋਈ ਵੀ ਕਿਸੇ ਦੇ ਘਰੋਂ ਜਾਂ ਕਿਸੇ ਵੀ ਥਾਂ ਤੋਂ ਇੱਦਾਂ ਸਰੂਪ ਚੁੱਕੂਗਾ ਤਾਂ ਉਹਦੇ ਮੁਤਲਕ ਪਹਿਲੀ ਜਾਣਕਾਰੀ ਹੈ ਜਿਹੜੀ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਹੋਣੀ ਚਾਹੀਦੀ ਹੈ। ਇਉਂ ਨਹੀਂ ਕਿ ਤੁਸੀਂ ਆਪੇ ਹੀ ਕਮੇਟੀ ਬਣਾਈ, ਆਪੇ ਹੀ ਜਥੇਬੰਦੀ ਬਣਾਈ, ਜੋ ਤੁਹਾਨੂੰ ਠੀਕ ਲੱਗੇ ਤੁਸੀਂ ਉਵੇਂ ਕਰੀ ਜਾਓ। ਮਰਿਆਦਾ ਦੇ ਮੁਤਾਬਕ, ਸਿਧਾਂਤਾਂ ਦੇ ਮੁਤਾਬਕ ਸਾਰਾ ਕੁਝ ਹੋਣਾ ਚਾਹੀਦਾ। ਤੇ ਇਹ ਵੀ ਗੱਲ ਕਹੀ ਹੈ ਜਥੇਦਾਰ ਸਾਹਿਬ ਨੇ ਕਿ ਜੇਕਰ ਕੋਈ ਬੰਦਾ ਉਕਾਈ ਵੀ ਕਰਦਾ, ਉਹਨੂੰ ਪਿਆਰ ਦੇ ਨਾਲ ਤੇ ਮਰਿਆਦਾ ਦੇ ਮੁਤਾਬਕ, ਗੁਰਮਤ ਦੇ ਮੁਤਾਬਕ ਸਮਝਾਉਣਾ ਸਾਡਾ ਫਰਜ਼ ਬਣਦਾ। ਬਦਮਾਸ਼ੀ ਨਹੀਂ, ਗੁੰਡਾਗਰਦੀ ਬਿਲਕੁਲ ਨਹੀਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਗਿਆਨੀ ਹਰਪ੍ਰੀਤ ਸਿੰਘ ਦੇ ਸਲਾਹਕਾਰ ਦੇ ਵੱਲੋਂ ਅੱਜ ਇੱਕ ਬਿਆਨ ਜਾਰੀ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ ਥਾਂ ਦੇ ਉੱਤੇ, ਇੱਕ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੁੱਕੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ, ਇਸ ਖਬਰ ਤੋਂ ਬਾਅਦ ਕਈ ਕੁਝ ਸੋਚਣ ਵਿਚਾਰਨ ਤੇ ਸਮਝਾਉਣ ਵਾਸਤੇ ਜ਼ਰੂਰੀ ਹੋ ਗਿਆ। ਇਸ ਬਿਆਨ ਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਕੁਝ ਲੋਕਾਂ ਨੇ ਜੋ ਇਹ ਕੁਝ ਕੀਤਾ, ਇਹਦੇ ਨਾਲ ਸਾਰੇ ਲੋਕਾਂ ਦੀ ਭਾਵਨਾ ਦੇ ਉੱਤੇ ਸੱਟ ਵੱਜੀ ਹੈ। ਇਸ ਮੌਕੇ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਹਵਾਲੇ ਨਾਲ ਇਹ ਵੀ ਗੱਲ ਕਹੀ ਗਈ ਕਿ ਭਵਿੱਖ ਦੇ ਵਿੱਚ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਹੀ ਕੋਈ ਕੰਮ ਕੀਤਾ ਜਾ ਸਕਦਾ ਹੈ ਤੇ ਕੋਈ ਮਰਜ਼ੀ ਦੇ ਮੁਤਾਬਕ ਆਪਣੀ ਜਥੇਬੰਦੀ ਦੇ ਰਾਹੀਂ ਕਿਸੇ ਨਾਲ ਵੀ ਕੋਈ ਵਧੀਕੀ ਨਹੀਂ ਕਰ ਸਕਦਾ। ਜੇਕਰ ਤੁਹਾਨੂੰ ਕੋਈ ਇਹ ਲੱਗਦਾ ਕਿ ਗਲਤ ਕੰਮ ਕੀਤਾ ਜਾ ਰਿਹਾ ਤਾਂ ਉਹਨੂੰ ਮਰਿਆਦਾ ਦੇ ਮੁਤਾਬਕ, ਪਿਆਰ ਦੇ ਨਾਲ ਤੇ ਗੁਰਮਤਿ ਸਿਧਾਂਤ ਦੇ ਮੁਤਾਬਕ ਸਮਝਾਇਆ ਜਾ ਸਕਦਾ ਹੈ। ਪਰ ਕਿਸੇ ਨੂੰ ਇਸ ਗੱਲ ਦਾ ਕੋਈ ਹੱਕ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਕਿਤੋਂ ਵੀ ਤੁਸੀਂ ਚੁੱਕ ਕੇ ਲੈ ਜਾਵੋ, ਉਹ ਵੀ ਆਪਣੀ ਮਰਜ਼ੀ ਦੇ ਮੁਤਾਬਕ, ਆਪਣੇ ਹੰਕਾਰ ਦੇ ਮੁਤਾਬਕ ਜਾਂ ਆਪਣੀ ਸੋਚ ਦੇ ਮੁਤਾਬਕ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ। ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਹੜੀ ਗੱਲ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਹਵਾਲੇ ਨਾਲ ਆਈ ਹੈ, ਮੈਂ ਜ਼ਾਤੀ ਤੌਰ ਦੇ ਉੱਤੇ ਇਹਦੇ ਨਾਲ ਬਿਲਕੁਲ ਸਹਿਮਤ ਹਾਂ, ਕਿਉਂਕਿ ਮੈਨੂੰ ਜ਼ਾਤੀ ਤੌਰ ਦੇ ਉੱਤੇ ਕੋਈ ਹੱਕ ਨਹੀਂ ਆ ਕਿ ਮੈਂ ਕੋਈ ਵੀ ਕਮੇਟੀ ਬਣਾਵਾਂ ਜਾਂ ਮੈਂ ਨਾਲ ਆਪਣੇ 10-20 ਬੰਦੇ ਲਵਾਂ ਤੇ ਕਿਸੇ ਦੇ ਘਰ ਦੇ ਵਿੱਚ ਜਾਵਾਂ, ਕਿਸੇ ਦੇ ਖੂਹ ਦੇ ਉੱਤੇ ਜਾਵਾਂ ਤੇ ਮਰਜ਼ੀ ਦੇ ਮੁਤਾਬਕ ਕਹਿ ਕੇ ਆਵਾਂ ਕਿ ਇਹ ਸਾਨੂੰ ਪ੍ਰਵਾਨ ਨਹੀਂ ਆ। ਜੇਕਰ ਉਹਨਾਂ ਨੂੰ ਇਹ ਸਵਾਲ ਕਰਦੇ ਆ ਕਿ ਤੁਹਾਡੇ ਭਾਈਚਾਰੇ ਦੇ ਵਿੱਚੋਂ ਵੀ ਤਾਂ ਕਈ ਲੋਕ ਇੱਦਾਂ ਦਾ ਕੰਮ ਕਰਦੇ ਆ, ਫਿਰ ਉਹ ਕਹਿ ਦਿੰਦੇ ਜੀ ਕਿ ਇੱਦਾਂ ਨਹੀਂ ਹੁੰਦਾਗਾ, ਤੁਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਗੱਲ ਕਰ ਲਓ। ਪਰ ਜੇਕਰ ਉਹ ਕਰਨ ਤਾਂ ਫਿਰ ਸਾਰਾ ਕੁਝ ਫਾਈਨਲ ਆ, ਕੋਈ ਅਪੀਲ ਤੇ ਦਲੀਲ ਦੀ ਜ਼ਰੂਰਤ ਨਹੀਂ ਆ। ਸੋ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਇਹੋ ਜਿਹੀਆਂ ਜਿਹੜੀਆਂ ਕਿ ਗੁਰੂ ਸਾਹਿਬਾਨ ਦੇ ਦਰਸਾਏ ਗਏ ਮਾਰਗ ਦੇ ਉੱਤੇ ਚੱਲਦੀਆਂ, ਜਿਹੜੀਆਂ ਕਿ ਸਿਧਾਂਤਾਂ ਦੇ ਮੁਤਾਬਕ, ਮਰਿਆਦਾ ਦੇ ਮੁਤਾਬਕ ਕੰਮਕਾਜ ਕਰਦੀਆਂ। ਪਰ ਕਈ ਜਥੇਬੰਦੀਆਂ ਇਹੋ ਜਿਹੀਆਂ ਵੀ ਆ ਜਿਨ੍ਹਾਂ ਦੇ ਵੱਲੋਂ ਜ਼ਬਰਦਸਤੀ ਕੀਤੀ ਜਾਂਦੀ, ਜਿਨ੍ਹਾਂ ਦੇ ਵੱਲੋਂ ਧੱਕੇਸ਼ਾਹੀ ਵੀ ਕੀਤੀ ਜਾਂਦੀ ਹੈ। ਜੇਕਰ ਤੁਸੀਂ ਉਹਨਾਂ ਨੂੰ ਸਵਾਲ ਕਰਦੇ ਆ ਤਾਂ ਫਿਰ ਉਹ ਤੁਹਾਨੂੰ ਕੁੱਟਦੇ ਆ। ਪਿਛਲੇ ਕੁਝ ਵਰ੍ਹਿਆਂ ਦੇ ਵਿੱਚ ਕਈ ਜਥੇਬੰਦੀਆਂ ਦੇ ਇਹੋ ਜਿਹੇ ਕਾਰਨਾਮੇ ਸਾਹਮਣੇ ਆਏ ਆ ਕਿ ਕਿਸੇ ਨੇ ਕੋਈ ਗਲਤੀ ਕੀਤੀ, ਮੰਨ ਲਓ ਕਿਸੇ ਨੇ ਗੁਰਸਿੱਖ ਨੇ ਦਾਰੂ ਪੀ ਲਈ, ਹਾਲਾਂਕਿ ਸਿਧਾਂਤਾਂ ਦੇ ਮੁਤਾਬਕ ਅਸੀਂ ਗਲਤ ਮੰਨਦੇ ਹਾਂ ਕਿ ਜੇਕਰ ਤੁਸੀਂ ਗੁਰਸਿੱਖ ਹੋ ਜਾਂ ਤੁਸੀਂ ਅੰਮ੍ਰਿਤਪਾਨ ਕੀਤਾ ਹੋਇਆ ਤੇ ਸ਼ਰਾਬ ਪੀਓ ਤਾਂ ਇਹ ਗੱਲ ਬਰਦਾਸ਼ਤਯੋਗ ਨਹੀਂ ਆ। ਇਹ ਸਿਧਾਂਤਕ ਤੌਰ ਦੇ ਉੱਤੇ ਬੰਦੇ ਨੂੰ ਪੜਚੋਲ ਕਰਨੀ ਚਾਹੀਦੀ ਹੈ ਕਿ ਮੈਂ ਇੱਦਾਂ ਦਾ ਕੰਮ ਕਿਉਂ ਕਰਦਾ। ਜਾਂ ਤਾਂ ਅੰਮ੍ਰਿਤਪਾਨ ਨਾ ਕਰੋ ਤੇ ਜਾਂ ਫਿਰ ਜਿਹੜੇ ਕੰਮ ਪਹਿਲਾਂ ਕਰਦੇ ਰਹੇ ਆ ਉਹ ਛੱਡ ਦਿਓ, ਸਿਧਾਂਤ ਕਹਿੰਦੇ ਆ। ਪਰ ਬਹੁਤ ਸਾਰੇ ਲੋਕ ਬਹੁਤ ਕੁਝ ਕਰੀ ਵੀ ਜਾਂਦੇ ਆ। ਪਰ ਜੇਕਰ ਅਸੀਂ ਇਹ ਕੁਝ ਕਰਨ ਵਾਲਿਆਂ ਨੂੰ ਜਾ ਕੇ ਕੁੱਟਣ ਲੱਗ ਪਏਗੇ ਤਾਂ ਸਾਡੇ ਕੋਲੇ ਕੀ ਅਧਿਕਾਰ ਆ ਕਿ ਅਸੀਂ ਇੱਦਾਂ ਦੇ ਕੰਮਕਾਜ ਕਰ ਸਕਦੇ ਹਾਂ।
ਅਸੀਂ ਮਰਿਆਦਾ ਦੇ ਮੁਤਾਬਕ ਕਾਰਵਾਈ ਕਰਨ ਦੇ ਲਈ ਅਕਾਲ ਤਖਤ ਸਾਹਿਬ ਨੂੰ ਲਿਖ ਸਕਦੇ ਹਾਂ, ਪਰ ਅਸੀਂ ਉੱਥੇ ਜਾਣ ਦੀ ਥਾਂ ਦੇ ਉੱਤੇ ਸਾਰਾ ਕੁਝ ਆਪਣੇ ਜ਼ਿੰਮੇ ਵਿੱਚ ਹੀ ਲੈ ਲੈਂਦੇ ਹਾਂ, ਆਪਣੇ ਹੱਥ ਦੇ ਵਿੱਚ ਫੜ ਕੇ ਗੱਲ ਤੇ ਸਾਰੀ ਅੱਗੇ ਤੋਂ ਅੱਗੇ ਪਹੁੰਚਾਉਂਦੇ ਹਾਂ। ਫਿਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਕੁਝ ਕੁ ਜਥੇਬੰਦੀਆਂ ਜਿਹੜੀਆਂ ਉਹ ਕਿਸੇ ਨੂੰ ਕੁੱਟਦੀਆਂ, ਜਦੋਂ ਕਿਸੇ ਦੇ ਨਾਲ ਧੱਕਾ ਜਦੋਂ ਕਰਦੀਆਂ ਤਾਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਦੀਆਂ। ਜਿਹੋ ਜੀ ਕੋਕੋ ਉਹੋ ਜਿਹੇ ਬੱਚੇ ਥੱਲੇ ਉਹੋ ਜਿਹੇ ਲੋਕ ਕਮੈਂਟ ਕਰਨ ਵਾਲੇ ਹੁੰਦੇ ਆ ਵੀ ਬਿਲਕੁਲ ਸਹੀ ਕੀਤਾ, ਇਹ ਇਵੇਂ ਹੋਣਾ ਚਾਹੀਦਾ, ਇਹ ਧੱਕੇਸ਼ਾਹੀਆਂ ਬੰਦ ਹੋਣੀਆਂ ਚਾਹੀਦੀਆਂ। ਜੇਕਰ ਅਸੀਂ ਇਦਾਂ ਦੀਆਂ ਕਾਰਵਾਈਆਂ ਕਰਦੇ ਰਹੇ ਤਾਂ ਫਿਰ ਅਸੀਂ ਤਾਲਿਬਾਨੀ ਕੱਟੜਾਂ ਵਰਗੇ ਵੱਜਾਂਗੇ, ਕਿਉਂਕਿ ਸਾਡੇ ਧਰਮ ਦੇ ਵਿੱਚ ਜੇਕਰ ਇਹ ਗੱਲ ਕਹੀ ਆ ਵੀ ਸ਼ਸਤਰ ਚੁੱਕੋ ਤਾਂ ਇਹ ਗੱਲ ਸਭ ਤੋਂ ਪਹਿਲਾਂ ਕਹੀ ਗਈ ਆ ਕਿ ਪ੍ਰੇਮ ਪਿਆਰ ਦੇ ਨਾਲ ਚੱਲੋ, ਆਪਣੀ ਗੱਲ ਨੂੰ ਪ੍ਰੇਮ ਪਿਆਰ ਦੇ ਨਾਲ ਮਨਾਓ। ਹਾਲਾਂਕਿ ਧਰਮ ਇੱਕ ਬਹੁਤ ਵੱਡਾ ਮਸਲਾ ਇਹੋ ਜਿਹਾ ਜਿਹਦੇ ਉੱਤੇ ਜਿੰਨੀ ਮਰਜ਼ੀ ਘੰਟੇ ਬਹਿਸ ਕਰੀ ਜਾਗੇ ਇਹ ਥੋੜ੍ਹੀ ਆ, ਜਿਹਦੇ ਉੱਤੇ ਜਿੰਨੀ ਬਹਿਸ ਕਰਾਂਗੇ ਦੂਜੇ ਬੰਦੇ ਨੂੰ ਹੋ ਸਕਦਾ ਉਨਾ ਹੀ ਹਰਖ ਆਵੇ। ਤਰਕ ਦੀ ਗੱਲ ਕਈ ਵਾਰ ਮੰਨੀ ਵੀ ਨਹੀਂ ਜਾਂਦੀ ਤੇ ਕਈ ਤਰ੍ਹਾਂ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ, ਪਰ ਜੋ ਗੱਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਹੀ ਹੈ ਕਿ ਕਿਸੇ ਵੀ ਥਾਂ ਤੋਂ ਇੱਦਾਂ ਜ਼ਬਰਦਸਤੀ ਸਰੂਪ ਨਹੀਂ ਚੁੱਕਿਆ ਜਾ ਸਕਦਾ, ਪਿਆਰ ਦੇ ਨਾਲ ਸਮਝਾਇਆ ਜਾ ਸਕਦਾ, ਬਰਦਾਸ਼ਤ ਨਹੀਂ ਕੀਤੀ ਜਾਊਗੀ ਗੁੰਡਾਗਰਦੀ। ਬਿਲਕੁਲ ਜ਼ਾਤੀ ਤੌਰ ਦੇ ਉੱਤੇ ਅਸੀਂ ਸਹਿਮਤ ਹਾਂ, ਪਰ ਇਹ ਸਾਰੇ ਧਰਮਾਂ ਦੇ ਨਾਲ ਸੰਬੰਧਿਤ ਲੋਕਾਂ ਨੂੰ ਸਮਝਣਾ ਚਾਹੀਦਾ, ਸੋਚਣਾ ਚਾਹੀਦਾ ਕਿ ਪੰਜਾਬ ਆ ਜਿਹੜਾ ਇਹ ਘੁੱਗ ਵਸਦਾ ਸੀ। ਪੰਜਾਬ ਦੇ ਵਿੱਚ ਅੱਜ ਜੇਕਰ ਧਾਰਮਿਕ ਤੇ ਰਾਜਨੀਤਿਕ ਅੱਗਾਂ ਲੱਗ ਰਹੀਆਂ ਤਾਂ ਸਾਡੀ ਬੌਧਿਕਤਾ ਦਾ ਪ੍ਰਗਟਾਵਾ ਕਰਨ ਵਾਲੀ ਵੀ ਇਹ ਗੱਲ ਹੈ। ਰਾਜਨੀਤਿਕ ਲੋਕਾਂ ਨੇ ਹਮੇਸ਼ਾ ਰੋਟੀਆਂ ਸੇਕੀਆਂ ਤੇ ਅਸੀਂ ਆ ਜਿਹੜੇ ਉਹ ਬਲਦੀ ਦੇ ਬੂਥੇ ਦੇ ਵਿੱਚ ਹਮੇਸ਼ਾ ਗਏ ਆ। ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਧਰਮਾਂ ਦੀਆਂ ਬਣੀਆਂ ਹੋਈਆਂ, ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਉਹਨਾਂ ਨੇ ਆਪਣੇ ਧਰਮ ਦੇ ਫਲਸਫੇ ਦੇ ਮੁਤਾਬਕ ਕਿੰਨੇ ਕੁ ਲੋਕ ਪੱਖੀ ਕੰਮ ਕੀਤੇ ਆ। ਸਿਰਫ ਮੈਂ ਗਾਲਾਂ ਕੱਢ ਕੇ ਕਹਾਂ ਜੀ ਕਿ ਮੈਂ ਤੁਹਾਨੂੰ ਐ ਨਹੀਂ ਕਰਨ ਦੇਣਾ, ਮੈਂ ਤੁਹਾਨੂੰ ਆਹ ਨਹੀਂ ਕਰਨ ਦੇਣਾ, ਇਹਦੇ ਨਾਲ ਕੁਝ ਨਹੀਂ ਹੋਣਾਗਾ। ਕੋਈ ਇਹੋ ਜਿਹਾ ਕੰਮ ਕਰਕੇ ਇੱਕ ਇਹੋ ਜਿਹੀ ਵੱਡੀ ਲੀਕ ਖਿੱਚ ਗਏ ਕਿ ਲੋਕ ਉਸ ਲੀਕ ਵਰਗੀ ਲੀਕ ਖਿੱਚਣ ਦੇ ਲਈ ਕੋਸ਼ਿਸ਼ਾਂ ਕਰਨ, ਪਰ ਅਸੀਂ ਉਹ ਕੰਮ ਕਰਨ ਦੀ ਥਾਂ ਦੇ ਉੱਤੇ ਜਿਹੜਾ ਸਾਨੂੰ ਸੂਤ ਲੱਗਦਾ ਅਸੀਂ ਕਹਿੰਦੇ ਵੀ ਇਹੀ ਮਰਿਆਦਾ, ਇਹੀ ਸਾਡਾ ਸਿਧਾਂਤ ਹੁੰਦਾ, ਇਵੇਂ ਅਸੀਂ ਕਰਦੇ ਹਾਂ ਤੇ ਇਵੇਂ ਸਾਡਾ ਧਰਮ ਬਚਿਆ ਹੋਇਆ। ਇਹਨਾਂ ਗੱਲਾਂ ਤੋਂ ਬਾਅਦ ਆਉਣਾ ਚਾਹੀਦਾ ਤੇ ਆਪਣੀ ਸੋਚ ਨੂੰ ਉੱਚੀ ਤੇ ਸੁੱਚੀ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬਾਕੀ ਕੁਝ ਕੈਬਨਿਟ ਮੰਤਰੀਆਂ ਦੇ ਵੱਲੋਂ ਲੰਘੇ ਕੱਲ੍ਹ ਆਪਾਂ ਜਾਣਦੇ ਹਾਂ ਕਿ ਸਮਾਰਟਫੋਨ ਵੰਡਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ, ਪਰ ਉਧਰੋਂ ਸ਼ੁਰੂਆਤ ਕੀਤੀ ਗਈ ਤੇ ਇਧਰ ਜਿਹੜੇ ਜਾਲਸਾਜ਼ ਆ ਉਹ ਵੀ ਤਿਆਰੀ ਖਿੱਚੀ ਬੈਠੇ ਸੀ। ਹੁਣ ਪਤਾ ਲੱਗਾ ਜੀ ਕਿ ਪੰਜਾਬ ਦੇ ਵਿੱਚ ਕਈ ਲੋਕ ਆ ਜਿਹੜੇ ਉਹ ਠੱਗੇ ਜਾ ਸਕਦੇ ਆ ਜੇਕਰ ਨਾ ਜਾਗੇ, ਜੇਕਰ ਨਾ ਉਹਨਾਂ ਨੇ ਸੋਚ ਵਿਚਾਰ ਦੇ ਘੋੜੇ ਦੌੜਾਏ। ਪਤਾ ਲੱਗਾ ਜੀ ਕਿ ਲੋਕਾਂ ਨੂੰ ਫੇਸਬੁੱਕ ਦੇ ਉੱਤੇ, ਵਟਸਐਪ ਦੇ ਉੱਤੇ ਜਾਂ ਮੋਬਾਈਲ ਫੋਨ ਦੇ ਉੱਤੇ ਇੱਕ ਲਿੰਕ ਆਉਂਦਾ ਹੈ। ਉਹਦੇ ਵਿੱਚ ਜਦੋਂ ਅਸੀਂ ਲਿੰਕ ਨੂੰ ਕਲਿੱਕ ਕਰਦੇ ਹਾਂ ਤਾਂ ਇਹ ਗੱਲ ਕਹੀ ਜਾਂਦੀ ਜੀ ਕਿ ਇੰਨੇ ਪੈਸੇ ਭੇਜੋ, ਤੁਹਾਡਾ ਵੀ ਸਮਾਰਟਫੋਨ ਦੇ ਲਈ ਨਾਂ ਰਜਿਸਟ੍ਰੇਸ਼ਨ ਦੇ ਵਿੱਚ ਪਾ ਦਿਆਂਗੇ, ਤੁਹਾਨੂੰ ਵੀ ਮਿਲੂਗਾ। ਫਿਰ ਕਦੇ ਕਦੇ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਤੁਹਾਨੂੰ ਇੱਕ OTP ਆਇਆ ਹੋਊਗਾ ਇਹ ਫਲਾਣੀ ਥਾਂ ਦੇ ਉੱਤੇ ਦਰਜ ਕਰੋ, ਤੁਹਾਡਾ ਫਾਇਦਾ ਹੋਊਗਾ। ਕਈ ਗੱਲਾਂ ਇਹੋ ਜਿਹੀਆਂ ਕਹੀ ਜਾ ਰਹੀਆਂ, ਪਰ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਨੇ ਲੋਕਾਂ ਨੂੰ ਅਗਾਹ ਕੀਤਾ ਕਿ ਬਚੋ ਇਹਨਾਂ ਲੋਕਾਂ ਤੋਂ, ਇਹਨਾਂ ਦਾ ਸਾਡੀ ਸਰਕਾਰ ਦੇ ਨਾਲ ਤੇ ਮੋਬਾਈਲ ਫੋਨਾਂ ਦੇ ਨਾਲ ਕੋਈ ਵੀ ਸੰਪਰਕ ਤੇ ਸੰਬੰਧ ਨਹੀਂ ਆ। ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਜੇਕਰ ਇਹੋ ਜਿਹੇ ਲਿੰਕ ਆਉਂਦੇ ਆ ਤਾਂ ਤੁਸੀਂ ਕਲਿੱਕ ਹੀ ਨਾ ਕਰੋ, ਪਹਿਲੀ ਗੱਲ ਤਾਂ। ਦੂਜੀ ਗੱਲ ਇਹ ਹੈ ਕਿ ਜੇਕਰ ਤੁਹਾਨੂੰ ਪਤਾ ਲੱਗਦਾ ਇਹੋ ਜਿਹੀ ਗੱਲ ਦਾ ਤਾਂ ਸਾਈਬਰ ਕ੍ਰਾਈਮ ਸੈੱਲ ਦੇ ਕੋਲੇ ਸ਼ਿਕਾਇਤ ਦਰਜ ਕਰਵਾਓ, ਆਪਣੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣਕਾਰੀ ਦਿਓ। ਉਹਨਾਂ ਨੇ ਬੜੀ ਸਾਫ਼ ਤੇ ਸਪਸ਼ਟ ਗੱਲ ਕਹੀ ਹੈ ਕਿ 11ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਹੀ ਸਮਾਰਟਫੋਨ ਦੇਣ ਦੀ ਯੋਜਨਾ ਉਲੀਕੀ ਗਈ ਆ, ਹੋਰ ਕਿਸੇ ਨੂੰ ਵੀ ਨਹੀਂ। ਤੇ ਉਹਨਾਂ ਨੇ ਕਿਹਾ ਜੀ ਕਿ ਜਿਹੜੇ ਲੋਕ ਇਹ ਕੁਝ ਗਲਤ ਕਰਦੇ ਆ, ਜਿਹੜੇ ਲੋਕਾਂ ਨੇ ਧੰਦਾ ਬਣਾਉਣਾ ਸ਼ੁਰੂ ਕੀਤਾ, ਉਹਨਾਂ ਲੋਕਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਪੰਜਾਬ ਸਮਾਰਟ ਕਨੈਕਟ ਸਕੀਮ ਅਧੀਨ ਮੁਫਤ ਦੇ ਵਿੱਚ ਸਮਾਰਟਫੋਨ ਦੇਣ ਦਾ ਲਾਰਾ ਲਾਉਣ ਵਾਲੇ ਆਨਲਾਈਨ ਧੋਖੇਬਾਜ਼ਾਂ ਦੇ ਝਾਂਸੇ ਵਿੱਚ ਨਾ ਆਉਣ। WhatsApp ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ ਘੁੰਮ ਰਹੇ ਫਰਜ਼ੀ ਸੰਦੇਸ਼ ਦਾ ਗੰਭੀਰ ਨੋਟਿਸ ਲੈਂਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਮਾਰਟ ਕਨੈਕਟ ਸਕੀਮ ਸਿਰਫ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਵਾਸਤੇ ਹੈ ਤੇ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਦੇ ਆਧਾਰ ਦੇ ਉੱਤੇ ਮੁਫਤ ਵਿੱਚ ਸਮਾਰਟਫੋਨ ਮੁਹੱਈਆ ਕਰਵਾਏ ਜਾ ਰਹੇ ਨੇ। ਇਸ ਲਈ ਹੋਰ ਲੋਕ ਅਜਿਹੀ ਕਿਸੇ ਵੀ ਸਕੀਮ ਦੇ ਵਿੱਚ ਲਿਆਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸਿੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੂਬਾ ਸਰਕਾਰ ਨੇ ਅਜਿਹੀ ਕੋਈ ਵੀ ਵੈਬਸਾਈਟ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਸ਼ੁਰੂ ਨਹੀਂ ਕੀਤਾ ਜਿਸ ਉੱਤੇ ਸਮਾਰਟਫੋਨਾਂ ਵਾਸਤੇ ਰਜਿਸਟ੍ਰੇਸ਼ਨ ਹੋ ਰਹੀ ਹੋਵੇ। ਉਹਨਾਂ ਨੇ ਆਨਲਾਈਨ ਧੋਖੇਬਾਜ਼ਾਂ ਨੂੰ ਸਾਈਬਰ ਕ੍ਰਾਈਮ ਰੋਕਥਾਮ ਕਾਨੂੰਨਾਂ ਅਧੀਨ ਗੰਭੀਰ ਸਿੱਟੇ ਭੁਗਤਣ ਦੀ ਚੇਤਾਵਨੀ ਦਿੱਤੀ ਹੈ। ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਮੋਬਾਈਲ ਸੰਦੇਸ਼ ਜਾਂ WhatsApp ਰਾਹੀਂ ਫੈਲਾਏ ਜਾ ਰਹੇ ਅਜਿਹੇ ਸੰਦੇਸ਼ਾਂ ਤੇ URL ਲਿੰਕ ਦੇ ਉੱਤੇ ਕਲਿੱਕ ਨਾ ਕੀਤੀ ਜਾਵੇ ਜਿੱਥੇ ਸਰਕਾਰ ਵੱਲੋਂ ਮੁਫਤ ਸਮਾਰਟਫੋਨ ਦੇਣ ਦੇ ਲਈ ਰਜਿਸਟ੍ਰੇਸ਼ਨ ਕਰਨ ਵਾਸਤੇ ਕਿਹਾ ਗਿਆ ਹੋਵੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜੇਕਰ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਹੁਣ ਅਗਾਹ ਕੀਤਾ ਗਿਆ ਤੇ ਲੋਕਾਂ ਨੂੰ ਅਗਾਹ ਹੋ ਵੀ ਜਾਣਾ ਚਾਹੀਦਾ, ਲੋਕਾਂ ਨੂੰ ਜਾਗਰੂਕ ਰਹਿਣਾ ਚਾਹੀਦਾ, ਕਿਉਂਕਿ ਜਿਹੜੇ ਜਾਲਸਾਜ਼ ਨੇ, ਜਿਹੜੇ ਧੋਖੇਬਾਜ਼ ਲੋਕ ਨੇ, ਉਹ ਤਾਂ ਬਹਾਨਾ ਭਾਲਦੇ ਆ ਕਿ ਤੁਸੀਂ ਉਹਨਾਂ ਦੇ ਜਾਲ ਦੇ ਵਿੱਚ ਫਸੋ। ਸੋ ਅਸੀਂ ਕਿਸੇ ਲਾਲਚ ਦੇ ਵੱਸ ਵਿੱਚ ਪੈ ਕੇ ਤੇ ਜਾਲ 'ਚ ਫਸਣਾ ਜਾਂ ਨਹੀਂ ਫਸਣਾ ਇਹ ਸਾਡੀ ਆਪਣੀ ਮਰਜ਼ੀ ਦੇ ਉੱਤੇ ਨਿਰਭਰ ਕਰਨ ਦੀ ਗੱਲ ਹੈ। ਪਰ 3.5 ਵਰ੍ਹਿਆਂ ਬਾਅਦ ਸਮਾਰਟਫੋਨ ਆਉਣ ਲੱਗੇ
ਤੇ ਉਹ ਵੀ ਪੂਰੇ ਨਹੀਂ ਆ ਰਹੇ ਤੇ ਰਾਜਨੀਤੀ ਸਿਖਰ ਦੇ ਉੱਤੇ ਆ। ਕਿਉਂਕਿ ਅਸੀਂ ਕੱਲ ਵੀ ਗੱਲ ਕੀਤੀ ਸੀ, ਅੱਜ ਫੇਰ ਕਰਨੀ ਬਣਦੀ ਆ ਵੀ ਮਿਹਣੋ ਮਿਹਣੀ ਕਿਵੇਂ ਹੋ ਰਿਹਾ, ਟਵੀਟੋ ਟਵੀਟੀ ਕਿਵੇਂ ਹੋਇਆ ਜਾ ਰਿਹਾ। ਰਾਜਾ ਵੜਿੰਗ ਇਹ ਗੱਲ ਕਹਿੰਦੇ ਆ ਕਿ 2 ਸਮਾਰਟਫੋਨ ਬਾਦਲ ਪਰਿਵਾਰ ਨੂੰ ਮਿਲਣੇ ਚਾਹੀਦੇ ਆ। ਇਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਕੇ ਪੰਜਾਬ ਦੇ ਮਸਲੇ ਜਿਹੜੇ ਉਹ ਦੱਸਣੇ ਹੁੰਦੇ ਆ ਵੀ ਕਿਹੜੀਆਂ ਮੁਸ਼ਕਲਾਂ ਤੇ ਕਿਹੜੇ ਹਾਲਾਤ ਆ ਪੰਜਾਬ ਦੇ। ਪਰ ਚਰਨਜੀਤ ਸਿੰਘ ਬਰਾੜ ਹੋਰੀ ਇਹ ਗੱਲ ਕਹਿੰਦੇ ਆ ਕਿ ਜਿਹੜੇ 2 ਸਮਾਰਟਫੋਨ ਆ ਇਹ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਦੇਣੇ ਚਾਹੀਦੇ ਆ, ਤਾਂ ਜੋ ਇਹ ਕੈਪਟਨ ਤੇ ਸੋਨੀਆ ਗਾਂਧੀ ਨਾਲ ਗੱਲਬਾਤ ਕਰ ਸਕਣ, ਇਹਨਾਂ ਦਾ ਤਾਲਮੇਲ ਜੁੜਿਆ ਰਹੇ। ਉਹਨਾਂ ਨੇ ਕਿਹਾ ਜੀ ਕਿ ਇੱਕ ਜਿਹੜਾ ਮੋਬਾਈਲ ਫੋਨ ਆ ਉਹ ਕੈਪਟਨ ਅਮਰਿੰਦਰ ਸਿੰਘ ਦੇ ਖੀਸੇ 'ਚ ਵੀ ਪਾਉਣਾ ਚਾਹੀਦਾ, ਕਿਉਂਕਿ ਉਹਨਾਂ ਦੇ ਨਾਲ ਪੰਜਾਬ ਦੇ ਕਾਂਗਰਸੀਆਂ ਦਾ, ਵਿਧਾਇਕਾਂ ਦਾ ਰਾਬਤਾ ਨਹੀਂ ਹੁੰਦਾ। ਤੇ ਚੰਗੀ ਗੱਲ ਹੋਊਗੀ ਜੇਕਰ ਉਹਨਾਂ ਦੇ ਕੋਲੇ ਇੱਕ ਮੋਬਾਈਲ ਫੋਨ ਹੋਊਗਾ ਤੇ ਗੱਲਬਾਤ ਆ ਜਿਹੜੀ ਉਹ ਕਰਦੇ ਰਹਿ ਸਕਣਗੇ। ਸੋ ਇਹੋ ਜਿਹੀਆਂ ਖਬਰਾਂ ਪ੍ਰਾਪਤ ਹੋ ਰਹੀਆਂ। ਇਹ ਸਮਾਰਟਫੋਨ ਕਿੰਨਾ ਕੁ ਸਮਾਂ ਚੱਲਦੇ ਆ, ਕੀ ਕੁਝ ਹੁੰਦਾ, ਇਹ ਵਕਤ ਬਿਆਨ ਕਰੂਗਾ। ਪਰ ਪੰਜਾਬ ਦੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ 3.5 ਵਰ੍ਹਿਆਂ ਬਾਅਦ ਹੀ ਸਹੀ ਅਸੀਂ ਕਮਾਲ ਦਾ ਵਾਅਦਾ ਪੂਰਾ ਕਰ ਦਿੱਤਾ ਤੇ ਅਸੀਂ ਇਦਾਂ ਦੇ ਵਾਅਦੇ ਪੂਰੇ ਕਰਦੇ ਹੁੰਨੇ ਆ ਜਦੋਂ ਆਈ ਤੇ ਅੱਜ ਗਏ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।